Hello, dear students. Today, our topic is direct and indirect speech. We may report the words of a speaker in two ways. ਆਪਾਂ ਕਿਸੇ ਸਪੀਕਰ ਦੇ ਕਿਸੇ ਬੋਲਣ ਵਾਲੇ ਬੰਦੇ ਦੇ ਸ਼ਬਦਾਂ ਨੂੰ ਦੋ ਤਰੀਕੇ ਨਾਲ ਰਿਪੋਰਟ ਕਰ ਸਕਦੇ ਹਾਂ. We may quote his actual words. This is called direct speech. ਜਦੋਂ ਆਪਾਂ ਕਿਸੇ ਬੰਦੇ ਦੇ ਕਹੇ ਗਏ ਸ਼ਬਦਾਂ ਨੂੰ as it is ਕੋਟ ਕਰਦੇ ਹਾਂ ਉਹਨੂੰ ਕੀ ਕਿਹਾ ਜਾਂਦਾ ਹੈ? ਡਾਇਰੈਕਟ ਸਪੀਚ ਕਿਹਾ ਜਾਂਦਾ ਹੈ. We may report what he said without quoting his exact words. This is called indirect speech. ਜਦੋਂ ਆਪਾਂ ਬੰਦੇ ਦੇ ਕਹੇ ਗਏ ਸ਼ਬਦਾਂ ਨੂੰ as it is ਨਹੀਂ ਲਿਖਦੇ, as it is ਨਹੀਂ ਬੋਲਦੇ, ਉਹਨੂੰ ਕੀ ਕਿਹਾ ਜਾਂਦਾ ਹੈ? indirect speech ਕਿਹਾ ਜਾਂਦਾ ਹੈ. For example, ਰਾਮ said I am very busy now. ਇਹ ਕੀ ਹੈ? ਡਾਇਰੈਕਟ ਸਪੀਚ ਹੈ. ਰਾਮ ਨੇ ਕਿਹਾ ਮੈਂ ਹੁਣ ਬਹੁਤ ਬਿਜ਼ੀ ਹਾਂ. ਆਪਾਂ ਰਾਮ ਦੇ ਕਹੇ ਗਏ ਸ਼ਬਦਾਂ ਨੂੰ as it is ਲਿਖਤਾ. ਇਹਨੂੰ ਕੀ ਕਹਿੰਦੇ ਨੇ? ਡਾਇਰੈਕਟ ਸਪੀਚ ਕਹਿੰਦੇ ਨੇ. ਇਸ ਦੇ ਵਿੱਚ ਆਪਾਂ ਇਨਵਰਟਡ ਕਾਮਰਸ ਦੀ ਵਰਤੋਂ ਕਰਦੇ ਹਾਂ. ਇਨਡਾਇਰੈਕਟ ਸਪੀਚ, ਰਾਮ ਸੈਡ ਦੈਟ ਹੀ ਵਾਸ ਵੈਰੀ ਬਿਜ਼ੀ ਦੈਨ. ਰਾਮ ਨੇ ਕਿਹਾ ਕਿ ਉਹ ਉਦੋਂ ਬਹੁਤ ਬਿਜ਼ੀ ਸੀ. ਇਹ ਕੀ ਹੋ ਗਿਆ? ਇਨਡਾਇਰੈਕਟ ਸਪੀਚ ਹੋ ਗਿਆ. ਆਪਾਂ ਰਾਮ ਦੇ ਕਹੇ ਗਏ ਸ਼ਬਦਾਂ ਨੂੰ ਐਜ਼ ਇਟ ਇਜ਼ ਨਹੀਂ ਵਰਤਿਆ, ਉਹਨੂੰ ਆਪਾਂ ਨੇ ਆਪਣੇ ਸ਼ਬਦਾਂ ਵਿੱਚ ਵਰਤ ਲਿਆ. ਇਹ ਕੀ ਹੈ? ਇਨਡਾਇਰੈਕਟ ਸਪੀਚ ਹੈ. ਬੇਟਾ ਜਦੋਂ ਡਾਇਰੈਕਟ ਸਪੀਚ ਤੋਂ ਇਨਡਾਇਰੈਕਟ ਸਪੀਚ ਦੇ ਵਿੱਚ ਆਉਂਦੇ ਆ ਆਪਾਂ ਨੂੰ ਕਈ ਚੇਂਜਸ ਕਰਨੇ ਪੈਂਦੇ ਨੇ. ਕਿਹੜੇ ਕਿਹੜੇ ਚੇਂਜਸ ਕਰਨੇ ਪੈਂਦੇ ਨੇ? ਪਹਿਲਾ ਚੇਂਜ ਆਪਾਂ ਕਰਦੇ ਹਾਂ ਕੰਜੰਕਸ਼ਨ. ਜਿਹੜੇ ਦੋ ਕਲੌਜ਼ਸ ਨੇ, ਰਾਮ ਸੈਡ ਰਿਪੋਰਟਿੰਗ ਵਰਬ, ਇਹਨੂੰ ਕੀ ਕਹਿੰਦੇ ਨੇ? ਰਿਪੋਰਟਿੰਗ ਵਰਬ ਕਹਿੰਦੇ ਨੇ. ਇਹਨੂੰ ਕਹਿੰਦੇ ਨੇ ਰਿਪੋਰਟਡ ਸਪੀਚ ਕਹਿੰਦੇ ਨੇ. ਇਹਨਾਂ ਦੋਨਾਂ ਨੂੰ ਜੋੜਨ ਲਈ ਆ ਕੌਮੇ ਹਟਾ ਕੇ ਆਪਾਂ ਨੂੰ ਇੱਕ ਕੰਜੰਕਸ਼ਨ ਦੀ ਵਰਤੋਂ ਕਰਨੀ ਪੈਂਦੀ ਹੈ. ਦੈਟ ਕੰਜੰਕਸ਼ਨ ਇਜ਼ ਦੈਟ. ਉਹ ਕੰਜੰਕਸ਼ਨ ਕੀ ਹੈ? ਦੈਟ ਹੈ. ਇੱਕ ਫੈਵੀਕੋਲ ਲਾਉਣਾ ਪੈਂਦਾ ਇਹਨੇ ਦੋਨਾਂ ਸੈਂਟੈਂਸਿਸ ਨੂੰ ਜੋੜਨ ਲਈ, ਇਹਨਾਂ ਦੋਨਾਂ ਕਲੌਜ਼ਸ ਨੂੰ ਜੋੜਨ ਲਈ ਆਪਾਂ ਨੂੰ ਇੱਕ ਫੈਵੀਕੋਲ ਦੀ ਵਰਤੋਂ ਕਰਨੀ ਪੈਂਦੀ. ਉਹ ਫੈਵੀਕੋਲ ਕਿਹੜਾ? ਦੈਟ ਹੈ. ਇਹ ਅਲੱਗ-ਅਲੱਗ ਸੈਂਟੈਂਸ ਦੀ ਟਾਈਪ ਦੇ ਨਾਲ ਅਲੱਗ-ਅਲੱਗ ਕੰਜੰਕਸ਼ਨਸ ਹੋ ਸਕਦੇ ਨੇ. ਕੁਐਸਚਨ ਵਾਲੇ ਦੇ ਵਿੱਚ ਇਹ ਇਫ ਜਾਂ ਵੈਦਰ ਜਾਂ WH ਵਰਡਸ ਲੱਗਦੇ ਨੇ. ਇੰਪੈਰੇਟਿਵ ਦੇ ਵਿੱਚ ਟੂ ਲੱਗਦਾ. ਉਹ ਅੱਗੇ ਆਪਾਂ ਡਿਸਕਸ ਕਰਾਂਗੇ. ਉਸ ਤੋਂ ਬਾਅਦ ਕੀ ਕੀਤਾ ਆਪਾਂ ਨੇ? ਪ੍ਰੋਨਾਊਨ ਚੇਂਜ ਕੀਤੇ ਨੇ. ਕੰਜੰਕਸ਼ਨ ਚੇਂਜ ਕਰਨ ਤੋਂ ਬਾਅਦ ਪ੍ਰੋਨਾਊਨ ਚੇਂਜ ਕੀਤੇ ਨੇ. ਪ੍ਰੋਨਾਊਨ ਕਿਸ ਤਰ੍ਹਾਂ ਚੇਂਜ ਹੋਇਆ? ਹੁਣ ਰਾਮ ਸੈਡ ਆਏ ਦਾ ਚੇਂਜ ਹੋ ਕੇ ਕੀ ਬਣ ਗਿਆ? ਹੀ ਬਣ ਗਿਆ. ਸਮਝ ਗਏ? ਉਸ ਤੋਂ ਬਾਅਦ ਆਪਾਂ ਨੇ ਵਰਬ ਚੇਂਜ ਕੀਤੀ ਹੈ. ਪ੍ਰੋਨਾਊਨ ਤੋਂ ਬਾਅਦ ਵਰਬ ਕਿਵੇਂ ਚੇਂਜ ਕੀਤੀ ਹੈ? ਆਪਾਂ ਨੇ ਕੀ ਕੀਤਾ ਹੈ? ਐਮ ਦੀ ਜਗ੍ਹਾ ਤੇ ਕੀ ਲਾਤਾ? ਵਾਜ਼ ਲਾਤਾ. ਇਹ ਵਰਬ ਚੇਂਜ ਹੋ ਗਿਆ. ਐਡਵਰਬ ਚੇਂਜ ਕੀਤਾ ਨਾਓ ਦੀ ਜਗ੍ਹਾ ਤੇ ਕੀ ਲੱਗ ਗਿਆ? ਦੈਨ ਲੱਗ ਗਿਆ. ਸੋ ਇਹ ਕੁਝ ਕੁ ਚੇਂਜਸ ਹੁੰਦੇ ਨੇ ਜਦੋਂ ਆਪਣੇ ਡਾਇਰੈਕਟ ਤੋਂ ਇਨਡਾਇਰੈਕਟ ਸਪੀਚ ਦੇ ਵਿੱਚ ਜਾਂਦੇ ਹਾਂ ਆਪਾਂ. ਨਰੇਸ਼ਨ ਦੇ ਵਿੱਚ ਬੇਟਾ ਪਹਿਲਾ ਕੰਜੰਕਸ਼ਨ ਚੇਂਜ ਲਗਾਇਆ ਜਾਂਦਾ ਇਨਡਾਇਰੈਕਟ ਸਪੀਚ ਦੇ ਵਿੱਚ. ਕੰਜੰਕਸ਼ਨ ਤੋਂ ਬਾਅਦ ਅਗਲਾ ਸਟੈਪ ਹੁੰਦਾ ਪ੍ਰੋਨਾਊਨਸ ਚੇਂਜ ਕਰਨੇ. ਪ੍ਰੋਨਾਊਨਸ ਚੇਂਜ ਕਰਨ ਤੋਂ ਪਹਿਲਾਂ, ਪ੍ਰੋਨਾਊਨ ਚੇਂਜ ਕਰਨਾ ਸਿਖਾਉਣ ਤੋਂ ਪਹਿਲਾਂ ਆਈ ਹੈਵ ਟੂ ਟੈਲ ਯੂ ਅਬਾਊਟ ਪ੍ਰੋਨਾਊਨਸ, ਕਿ ਪ੍ਰੋਨਾਊਨਸ ਹੁੰਦੇ ਕਿਸ ਤਰ੍ਹਾਂ ਨੇ, ਕਿਸ ਤਰ੍ਹਾਂ ਆਪਾਂ ਪ੍ਰੋਨਾਊਨਸ ਨੂੰ ਵਰਤਦੇ ਹਾਂ. ਪ੍ਰੋਨਾਊਨਸ ਹੈ. ਪ੍ਰੋਨਾਊਨ ਕੀ ਹੁੰਦਾ ਹੈ? ਪੜਨਾਮ, ਪੰਜਾਬੀ ਦੇ ਵਿੱਚ ਪੜਨਾਮ ਕਹਿੰਦੇ ਨੇ ਆਪਾਂ, ਕਿ ਜੋ ਵਰਡ ਨਾਊਨ ਦੀ ਜਗ੍ਹਾ 'ਤੇ ਵਰਤਿਆ ਜਾਂਦਾ ਦੈਟ ਇਜ਼ ਕਾਲਡ ਪ੍ਰੋਨਾਊਨ. ਜਿਸ ਤਰ੍ਹਾਂ ਮੈਂ ਆਪਣੇ ਲਈ ਆਪਣਾ ਨਾਮ ਲੈ ਸਕਦਾ ਜਾਂ ਮੈਂ ਆਪਣੇ ਆਪ ਨੂੰ ਆਏ ਕਹਿ ਸਕਦਾ. ਇਹ ਕਈ ਤਰ੍ਹਾਂ ਦੇ ਹੁੰਦੇ ਨੇ. ਪਹਿਲਾਂ ਗੱਲ ਕਰ ਰਿਹਾ ਸਬਜੈਕਟ ਪ੍ਰੋਨਾਊਨ ਦੀ. ਸਬਜੈਕਟ ਪ੍ਰੋਨਾਊਨ ਕਿਹੜਾ? ਆਏ. ਜਾਂ ਤਾਂ ਮੈਂ ਆਪਣਾ ਨਾਮ ਲੈ ਲੂੰਗਾ ਜਾਂ ਫਿਰ ਮੈਂ ਆਪਣੇ ਆਪ ਨੂੰ ਕੀ ਕਹਿ ਲੂੰਗਾ? ਆਏ ਕਹਿ ਲੂੰਗਾ. ਵੀ, ਯੂ, ਜਿਸ ਤਰ੍ਹਾਂ ਤੁਸੀਂ ਹੋ, ਤੁਹਾਨੂੰ ਮੈਂ ਜਾਂ ਤਾਂ ਤੁਹਾਡਾ ਨਾਮ ਲੈ ਕੇ ਬੁਲਾ ਲੂੰਗਾ ਜਾਂ ਫਿਰ ਕੀ ਕਹੂੰਗਾ? ਯੂ ਕਹੂੰਗਾ. ਹੀ, ਸ਼ੀ, ਦੇ, ਇਟ, ਜਿਸ ਤਰ੍ਹਾਂ ਕੋਈ ਪਰਸਨ ਹੈ, ਆਪਾਂ ਰਵੀ ਦੀ ਗੱਲ ਕਰ ਰਹੇ ਹਾਂ ਮੰਨ ਲਓ, ਤਾਂ ਰਵੀ ਨੂੰ ਆਪਾਂ ਰਵੀ ਕਹਿ ਕੇ ਐਡਰੈਸ ਕਰ ਲਾਂਗੇ ਜਾਂ ਆਪਾਂ ਕੀ ਕਰ ਲਾਂਗੇ? ਹੀ ਕਹਿ ਕੇ ਐਡਰੈਸ ਕਰ ਲਾਂਗੇ. ਅੱਗੇ ਆ ਗਏ ਆਬਜੈਕਟਿਵ ਪ੍ਰੋਨਾਊਨਸ. ਆਬਜੈਕਟਿਵ ਪ੍ਰੋਨਾਊਨਸ ਕਿਹੜੇ ਹੁੰਦੇ ਨੇ? ਜਿਹਦੇ ਐਜ਼ ਐਨ ਆਬਜੈਕਟ ਵਰਤੇ ਜਾਂਦੇ ਨੇ. ਮੀ, ਅਸ, ਯੂ. ਹੀ ਦਾ ਆਬਜੈਕਟਿਵ ਪ੍ਰੋਨਾਊਨ ਹਿਮ, ਸ਼ੀ ਦਾ ਹਰ, ਦੇ ਦਾ them, ਇਟ ਦਾ ਇਟ. ਨੈਕਸਟ ਆਰ ਪੋਜੈਸਿਵ ਪ੍ਰੋਨਾਊਨਸ. ਪੋਜੈਸਿਵ ਪ੍ਰੋਨਾਊਨ ਕਿਹੜੇ ਹੁੰਦੇ ਨੇ? ਮੇਰਾ, ਤੁਹਾਡਾ. ਜਿਸ ਤਰ੍ਹਾਂ ਆਈ ਦਾ ਕੀ ਹੋ ਗਿਆ? ਮਾਈ, ਮੇਰਾ. ਵੀ, ਆਵਰ, ਸਾਡਾ. ਯੋਰ, ਤੁਹਾਡਾ. ਹਿਜ਼, ਮਤਲਬ ਕਿਸੇ ਲੜਕੇ ਦੀ ਕੋਈ ਚੀਜ਼ ਹੋਵੇ, ਹਿਜ਼, ਲੜਕੀ ਦਾ. ਹਰ, ਦੇਅਰ, ਇਟਸ. ਰਿਫਲੈਕਸਿਵ ਪ੍ਰੋਨਾਊਨਸ ਆ ਗਏ. ਮਾਈ ਦਾ ਮਾਈ ਸੈਲਫ, ਆਵਰ ਸੈਲਵਸ, ਯੋਰ ਸੈਲਫ, ਹਿਮਸੈਲਫ, ਹਰ ਸੈਲਫ, ਦੈਮਸੈਲਵਸ, ਇਟਸੈਲਫ. ਆਈ ਹੋਪ ਤੁਹਾਨੂੰ ਪ੍ਰੋਨਾਊਨ ਸਮਝ ਆ ਗਏ ਹੋਣਗੇ. ਅੱਛਾ, ਪ੍ਰੋਨਾਊਨ ਦੇ ਵਿੱਚ ਅੱਗੇ ਪਰਸਨਸ ਵੀ ਹੁੰਦੇ ਨੇ. ਪਰਸਨਸ ਕੀ ਹੁੰਦੇ ਨੇ?
पहला की है फर्स्ट पर्सन, जो बंदा गल कर रहा है, जिस तरह मैं है, मैं की हो गया मैं, आई, वी, ये सारे प्रोनाउंस की ने फर्स्ट पर्सन प्रोनाउंस ने, ये सारे की ने फर्स्ट पर्सन प्रोनाउन है। आई तो वी वाले जिन्ने भी सारे ने फर्स्ट पर्सन ने। यू, योर सैल्फ, आप दो बंदे गल कर रहे हैं, पहला बंदा जो बोल रहा है मैं अपने आप को आई कह के एड्रैस करूँगा तो ਤੁਹਾਨੂੰ यू कह के एड्रैस करूँगा, सो एक ही हो गया सैकेंड पर्सन प्रोनाउन हो गया। उस तो बाद अगर आप दोनों बंदे गल कर रहे हैं ਤਾਂ ਆਪਾਂ ਕਿਸੇ ਤੀਸਰੇ ਪਰਸਨ ਦੀ ਗੱਲ ਕਰਦੇ ਹਾਂ, ਤੀਸਰੇ ਵਿਅਕਤੀ ਦੀ ਗੱਲ ਕਰਦੇ ਹਾਂ, ਉਹਨੂੰ ਆਪਾਂ ਉਹਦਾ ਨਾਮ ਲੈ ਕੇ ਐਡਰੈਸ ਕਰਾਂਗੇ, ਜਾਂ ਫਿਰ ਹੀ, ਸ਼ੀ, ਦੇ, ਜਾਂ ਫਿਰ ਇਟ। ਇਸ ਤਰ੍ਹਾਂ ਇਹ ਸਾਰੇ ਪ੍ਰੋਨਾਊਨਸ ਕਿਹੜੇ ਪ੍ਰੋਨਾਊਨ ਹੋ ਗਏ? ਥਰਡ ਪਰਸਨ ਪ੍ਰੋਨਾਊਨ ਹੋ ਗਏ। आई होप यू ऑल हैव अंडरस्टूड अबाउट दिस थिंग। प्रोनाउंस नू बेटा अगर आप नरेशन सही करनी है, नरेशन सीखनी है, तो सब तो पहला मतलब स्टैप हैगा टू लर्न प्रोनाउंस। प्रोनाउंस दे विच किहड़ा ऑब्जेक्टिव प्रोनाउन है, किहड़ा पोजेसिव प्रोनाउन है, किहड़ा रिफ्लेक्सिव प्रोनाउन है, किहड़ा सब्जेक्टिव प्रोनाउन है, तो किहड़ा फर्स्ट पर्सन है, किहड़ा सैकेंड पर्सन है, तो किहड़ा थर्ड पर्सन है। यू हैव टू रिमेंबर दीज थिंग्स। ये चीज़ां एक बार याद रखनियां पैणगियां ही पैणगियां। ਤੁਸੀਂ ਪ੍ਰੋਨਾउंस याद कर ले, ਇਹਦਾ ਇੱਕ ਸਕਰੀਨਸ਼ਾਟ ਲੈ ਕੇ ਇੱਕ ਵਾਰ ਇਹਨਾਂ ਨੂੰ ਨਾ ਯਾਦ ਕਰ ਲਿਆ ਜਾਵੇ। ਪ੍ਰੋਨਾउंस ਯਾਦ ਕਰਨ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਇਹ ਪ੍ਰੋਨਾउन ਚੇਂਜ ਕਿਸ ਤਰ੍ਹਾਂ ਹੁੰਦੇ ਨੇ। ਰਿਪੋਰਟਿੰਗ ਵਰਬ ਦੇ ਵਿੱਚ ਜਿਸ ਤਰ੍ਹਾਂ ਇਹ ਪ੍ਰੋਨਾउंस ਚੇਂਜ ਕਿਸ ਤਰ੍ਹਾਂ ਹੁੰਦੇ, ਜਦੋਂ ਆਪਣੇ ਇਨਡਾਇਰੈਕਟ ਸਪੀਚ ਬਣਾਉਣੀ ਹੈ ਡਾਇਰੈਕਟ ਤੋਂ, ਇਹ ਕਿਸ ਤਰ੍ਹਾਂ ਚੇਂਜ ਹੁੰਦੇ ਨੇ। ਪਹਿਲਾਂ ਮੈਨੂੰ ਦੱਸੋ ਤਾਂ ਹੁਣ ਇਹ ਆ ਗਿਆ ਆਪਣੇ ਕੋਲ, ਰੋਹਿਤ ਸੇਜ਼ ਟੂ ਮੀ ਕੌਮਾ ਇਨਵਰਟਡ ਕੌਮਾ ਸਟਾਰਟ ਆਈ ਐਡਮਾਇਰ ਯੂ। ਇਹ ਹੈਗੀ ਹੈ ਡਾਇਰੈਕਟ ਸਪੀਚ। ਡਾਇਰੈਕਟ ਸਪੀਚ ਦੇ ਦੋ ਪਾਰਟ ਹੁੰਦੇ ਨੇ। ਪਹਿਲਾ ਪਾਰਟ ਹੈਗਾ ਰਿਪੋਰਟਿੰਗ ਵਰਬ, ਜੋ ਰੋਹਿਤ ਸੇਜ਼ ਟੂ ਮੀ, ਇਹ ਕੀ ਹੈ? ਰਿਪੋਰਟਿੰਗ ਵਰਬ ਹੈ। ਇਹ ਅਗਲਾ ਕੌਮਾ ਹੈ ਜੋ ਇਨਵਰਟਡ ਕੌਮਸ ਦੇ ਵਿੱਚ ਹੈ, ਕੀ ਹੈ? ਰਿਪੋਰਟਿੰਗ ਸਪੀਚ ਹੈ ਜਾਂ ਰਿਪੋਰਟਡ ਸਪੀਚ ਹੈ। ਹੁਣ ਰਿਪੋਰਟਿੰਗ ਵਰਬ ਦੇ ਤਿੰਨ ਹਿੱਸੇ ਨੇ। ਆਪਾਂ ਪਹਿਲਾ ਹਿੱਸਾ ਕੀ ਹੈ, ਜੋ ਬੰਦਾ ਬੋਲ ਰਿਹਾ ਹੈ ਉਹ ਕੀ ਹੈ? ਸਬਜੈਕਟ ਹੈ ਰੋਹਿਤ। ਜੋ ਸੁਣ ਰਿਹਾ ਹੈ ਉਹ ਕੀ ਹੈ? ਆਬਜੈਕਟ ਹੈ। ਜਿਸ ਟੈਂਸ ਦੇ ਵਿੱਚ ਗੱਲ ਹੋ ਰਹੀ ਹੈ ਉਹ ਕੀ ਹੈ? ਵਰਬ ਹੈ। ਆਈ ਹੋਪ ਯੂ ਆਲ ਹੈਵ ਅੰਡਰਸਟੂਡ ਦਿਸ ਥਿੰਗ। ਸੋ ਜੋ ਪਹਿਲਾ ਬੰਦਾ ਬੋਲ ਰਿਹਾ ਉਹ ਕੀ ਹੈ? ਸਬਜੈਕਟ ਹੈ। ਜੋ ਬੰਦਾ ਉਸ ਨੂੰ ਸੁਣ ਰਿਹਾ ਉਹ ਕੀ ਹੈ? ਆਬਜੈਕਟ ਹੈ, ਟੈਂਸ ਹੈ। ਜਿਸ ਤਰ੍ਹਾਂ ਰੋਹਿਤ ਟੈਲਸ ਮੀ ਦੈਟ ਹੀ ਐਡਮਾਇਰਸ ਮੀ, ਇਹਦੇ ਵਿੱਚ ਕੀ ਚੇਂਜ ਹੋਇਆ? ਰੋਹਿਤ ਆਪਾਂ ਨੇ ਸੇਜ਼ ਜਗ੍ਹਾ 'ਤੇ ਕੀ ਕਰਤਾ? ਟੈਲਸ ਮੀ, ਕੌਮਾ ਕੱਟ ਕੇ ਤੁਹਾਨੂੰ ਦੱਸਿਆ ਫੈਵੀਕੋਲ ਲਾਉਣਾ, ਇੱਕ ਦੈਟ ਲੱਗ ਗਿਆ। ਆਏ ਦਾ ਕੀ ਹੋ ਗਿਆ? ਹੀ ਹੋ ਗਿਆ। ਇਹ ਧਿਆਨ ਰੱਖੋ, ਆਏ ਦਾ ਕੀ ਹੋ ਗਿਆ? ਹੀ ਹੋ ਗਿਆ। ਹੀ ਐਡਮਾਇਰ ਯੂ, ਯੂ ਦਾ ਕੀ ਹੋ ਗਿਆ? ਮੀ ਹੋ ਗਿਆ। ਇਹਦਾ ਬੇਟਾ ਇੱਕ ਰੂਲ ਹੈ ਸਿੰਪਲ, ਮੈਂ ਤੁਹਾਨੂੰ ਦੱਸਿਆ ਤੀ ਪ੍ਰੋਨਾउंस ਦੀਆਂ ਤਿੰਨ ਪਰਸਨਸ ਨੇ। ਫਰਸਟ ਪਰਸਨ ਹੈ, ਸੈਕਿੰਡ ਪਰਸਨ ਹੈ, ਥਰਡ ਪਰਸਨ ਹੈ। ਜਿਹੜਾ ਫਰਸਟ ਪਰਸਨ ਹੈ ਇਹ ਰਿਪੋਰਟਿੰਗ ਵਰਬ ਦੇ ਸਬਜੈਕਟ ਦੇ ਅਕੋਰਡਿੰਗ ਚੇਂਜ ਹੁੰਦਾ ਹੈ। ਕਿਹਦੇ ਅਕੋਰਡਿੰਗ ਚੇਂਜ ਹੁੰਦਾ ਹੈ? ਰਿਪੋਰਟਿੰਗ ਵਰਬ ਦੇ ਸਬਜੈਕਟ ਦੇ ਅਕੋਰਡਿੰਗ। ਸੈਕਿੰਡ ਪਰਸਨ ਪ੍ਰੋਨਾउन ਹੈ ਜਿਹੜੇ ਉਹ ਚੇਂਜ ਹੁੰਦੇ ਨੇ ਆਬਜੈਕਟ ਦੇ ਅਕੋਰਡਿੰਗ। ਥਰਡ ਪਰਸਨ ਨੋ ਚੇਂਜ। आई होप 1 2 3 SON वाला रूल थोड़े याद रह जाएगा। जो फर्स्ट पर्सन प्रोनाउंस ने, फर्स्ट पर्सन प्रोनाउंस किहड़े किहड़े ने? आई, वी, मी, अस, माई, आवर, माई सैल्फ, आवर सैल्फ्स। ये जिथे आ जाएंगे आप पहला देखा कि वह सबजैक्ट किहड़ा है। सैकेंड परसन प्रोनाउंस यू, योर, योर सैल्फ, ये कि अकॉर्डिंग चेंज होंगे? ऑब्जेक्ट के। थर्ड परसन वाले नो चेंज। समझ आ गया? फर्स्ट सबजैक्ट, सैकेंड ऑब्जेक्ट, थर्ड नो चेंज। हम जिस तरह अपनी पहली सी आप ही गल करिए, आई एडमायर यू, आई फर्स्ट परसन है। फर्स्ट परसन कि अकॉर्डिंग चेंज हो रहा है? आप देखिया सबजैक्ट के अकॉर्डिंग। फर्स्ट पर सबजैक्ट कौन है? रोहित। रोहित की है हूँ? रोहित बॉय है तो आप रोहित की जगह पर की लिख लिया? ही लिख लिया। रोहित टेल्स मी दैट ही, क्योंकि आए की सीगा? आए किहड़ा प्रोनाउन सीगा? फर्स्ट परसन सबजैक्ट प्रोनाउन सी, तो रोहित की जगह पर अपना ही आ गया। यू सैकेंड परसन है, सैकेंड परसन चेंजेस अकॉर्डिंग टू द ऑब्जेक्ट मी। मी की जगह पर आपने मी का ऑब्जेक्टिव प्रोनाउन लगाता मी। आई फर्स्ट परसन प्रोनाउन चेंजेस अकॉर्डिंग टू द सब्जेक्ट। सब्जेक्ट रोहित है, रोहित की जगह पर आप रोहित लिए किहड़ा प्रोनाउन वरतांगे? ही वरतांगे। उस तो बाद यू सैकेंड परसन चेंजेस अकॉर्डिंग टू द ऑब्जेक्ट। ऑब्जेक्ट की जगह पर आपने की लगाता? मी लग गया। फिर अगे आ जाओ, जिस तरह ये ने, रवि सेज टू मी आई हेल्प्ड यू। रवि सब्जेक्ट है, मी ऑब्जेक्ट है।
रवि टेल्स मी दैट, कॉमा कट के दैट लगाया। I first person changes according to subject, he helped you second person changes according to the object, so me। अगला, he says to her you are my friend, he tells her that you ਕਿਹੜਾ person pronoun है, you हैगा second person pronoun, second person pronoun changes according to subject object sorry। ਸੋ ਆਬਜੈਕਟ ਹਰ ਹੈ, ਪਰ ਆਪਾਂ ਨੇ ਇੱਥੇ ਹਰ ਦਾ ਹਰ ਨਹੀਂ ਲਗਾ ਦੇਣਾ, ਆਪਾਂ ਨੇ ਕੀ ਲਾਉਣਾ, ਹਰ ਦਾ ਸਬਜੈਕਟਿਵ ਪ੍ਰੋਨਾਊਨ ਲਗਾਉਣਾ ਹੈ। ਹਰ ਦਾ ਸਬਜੈਕਟਿਵ ਪ੍ਰੋਨਾਊਨ ਕੀ ਹੈ, she, she is my first person pronoun changes according to the subject, my ਦੀ ਜਗ੍ਹਾ ਤੇ he ਦਾ ਆਪਾਂ ਨੇ my ਕੀ ਹੈ, ਪੋਜੈਸਿਵ ਪ੍ਰੋਨਾਊਨ ਹੈ, ਤਾਂ my ਦੀ ਜਗ੍ਹਾ ਤੇ he ਦਾ ਪੋਜੈਸਿਵ ਪ੍ਰੋਨਾਊਨ ਲਗਾ ਦੇਣਾ his। आई होप यू आर गेटिंग इट। दोबारा समझा देना एक बार। रवि सेज टू मी आई हेल्प यू, रवि टेल्स मी दैट आई। पहले अपने पछाण करनी है कि किहड़ा पर्सन है, फर्स्ट पर्सन चेंजेस अकॉर्डिंग टू द सब्जेक्ट, सब्जेक्ट की है रवि। इत्थे रुक जाओ, अपने पछाण लिया कि आई की जगह ते कोई रवि दे नाल दा कोई सब्जेक्ट लगेगा, रवि के अकॉर्डिंग लगेगा। हुण आई की जगह ते रवि मुंडा ही है तो ही लग गया। उस तो बाद यू सेकंड पर्सन ऑब्जेक्ट के अकॉर्डिंग चेंज होएगा। ਹੁਣ ਇੱਥੇ ਆ ਜਾਓ, ਯੂ ਕਿਹੜਾ ਹੈ, ਯੂ ਕਿਹੜੀ ਲਾਈਨ ਦੇ ਵਿੱਚੋਂ ਹੈ, ਯੂ ਹੈਗਾ ਇਹ ਆਹ ਵਾਲੀ ਆਬਜੈਕਟ, ਕਿਉਂਕਿ ਲਾਸਟ ਤੇ ਯੂਜ਼ ਹੋਇਆ ਆਬਜੈਕਟ ਵਾਲੀ ਲਾਈਨ ਦੇ ਵਿੱਚੋਂ, ਤਾਂ ਆਪਾਂ ਰਵੀ ਲਈ ਹੀ ਵਾਲੀ ਜਗ੍ਹਾ ਤੋਂ, ਹੀ ਵਾਲੀ ਲਾਈਨ ਚੋਂ ਕੀ ਯੂਜ਼ ਕਰਾਂਗੇ, ਹਿਮ, ਸੌਰੀ ਮੀ ਵਾਲੀ ਲਾਈਨ ਚੋਂ ਕੀ ਯੂਜ਼ ਕਰਾਂਗੇ, ਮੀ, ਨਾਟ ਹਿਮ, ਮੀ। ਹੀ ਸੇਜ਼ ਟੂ ਹਰ ਯੂ ਆਰ ਮਾਈ ਫਰੈਂਡ, ਹੀ ਟੈਲਸ ਹਰ दैट ਯੂ सेकंड पर्सन, हर दे अकॉर्डिंग की हो गया, शी हो गया, इज माई फर्स्ट पर्सन, ही दे अकॉर्डिंग हिज फ्रेंड। अगला हैगा ही सेड टू मी ही नोज हर, ही टोल्ड मी दैट ही किहड़ा पर्सन है, थर्ड पर्सन है। देखो ही थर्ड पर्सन है, सो थर्ड पर्सन नो चेंज, ही नोज हर किहड़ा है, ये भी थर्ड पर्सन नो चेंज, कोई चेंज नहीं होया। आई होप तुहानू प्रोनाउंस चेंज करने आ गए होंगे कि प्रोनाउंस किस तरह चेंज होंगे। नाउ डियर स्टूडेंट्स, तुसी प्रोनाउन चेंज करने सीख गए हो। नेक्स्ट इज चेंजिंग ऑफ द वर्ब ऑफ रिपोर्टेड स्पीच। इट मे बी नोटेड दैट वी मेक चेंजेस इन द वर्ब फॉर्म when the reporting verb is in the past tense। हाँ जी, जो रिपोर्टिंग वर्ब पास्ट टेंस ਦੇ ਵਿੱਚ ਹੈ ਤਾਂ ਹੀ ਚੇਂਜ ਕਰਨਾ ਹੈ। if the reporting verb is in the present or future tense, no change is made in the verb form of the reported speech। reported speech ਦੀ verb form ਦੇ ਵਿੱਚ ਆਪਾਂ ਨੇ ਕੋਈ ਚੇਂਜ ਨਹੀਂ ਕਰਨਾ। ਜਿਸ ਤਰ੍ਹਾਂ he says ਹੈ, he will say ਹੈ, ਪ੍ਰੈਜੈਂਟ ਜਾਂ ਫਿਊਚਰ ਹੈ ਤਾਂ ਆਪਾਂ ਨੇ ਰਿਪੋਰਟਡ ਸਪੀਚ ਦੀ ਵਰਬ ਦੇ ਵਿੱਚ ਕੁਝ ਵੀ ਚੇਂਜ ਨਹੀਂ ਕਰਨਾ, ਸਿਰਫ ਪ੍ਰੋਨਾਊਨ ਚੇਂਜ ਕਰਨੇ ਨੇ ਜਾਂ ਫਿਰ ਐਡਵਰਬਸ ਚੇਂਜ ਕਰਨੇ ਨੇ। Also, if the reported speech is a universal truth or a factual statement, the verb is not changed। हाँ जी, अगर रिपोर्टेड स्पीच ਜਿਹੜੀ यूनिवर्सल ट्रुथ है या फिर फैक्चुअल स्टेटमेंट है, कोई सच्चाई है, कोई तथ्य है, ਤਾਂ भी ਆਪਾਂ ਨੇ वर्ब नहीं चेंज करना। फॉर एग्जाम्पल, रीता सेज कार्तिक इज इल, सेज आ गया ਤਾਂ ਫਿਰ ਆਪਾਂ ਇੱਥੇ वर्ब नहीं चेंज करांगे, रीता सेज दैट कार्तिक इज इल। अगला, टीचर सेड वाटर बॉयल्स एट 100 डिग्री सेल्सियस। वाटर बॉयल्स एट 100 डिग्री सेल्सियस, इट्स अ यूनिवर्सल ट्रूथ, सच्चाई है ये। सो इत्थे भी आप टेंस नहीं चेंज करांगे। द टीचर सेड दैट वाटर बॉयल्स एट 100 डिग्री सेल्सियस। अगे अगर रिपोर्टिंग वर्ब पास्ट दे विच होवे, then we have to change the verb of reported speech also। जेकर रिपोर्टिंग वर्ब दा जो टेंस है वो पास्ट दे विच है, प्रेजेंट या फ्यूचर नहीं हैगा, वो पास्ट दे विच है, तो आपां नूं रिपोर्टेड स्पीच का भी टेंस बदलना पवेगा। उस टेंस नूं बदलण दे की रूल्स ने, सिंपल प्रेजेंट बिकम्स सिंपल पास्ट। जिस तरह ही गोज वो की बन जूगा, ही वेंट बन जूगा। प्रेजेंट कॉन्टीन्यूअस चेंजेस इनटू प्रेजेंट पास्ट कॉन्टीन्यूअस। ही इज गोइंग बिकम्स ही वॉज गोइंग। प्रेजेंट परफेक्ट
becomes past perfect. He has gone to, he had gone. प्रेजेंट परफेक्ट कॉन्टीन्यूस, प्रेजेंट परफेक्ट कॉन्टीन्यूस तो की हो जाऊगा पास्ट परफेक्ट कॉन्टीन्यूस हो जाऊगा. ही हैज़ बीन गोइंग तो की हो जाएगा ही हैड बीन गोइंग. एक सीधा जिहा फॉर्मूला है कि ਜਿਹੜੇ ਸਾਰੇ ਸਿੰਪਲ ਸਾਰੇ ਪ੍ਰੈਜ਼ੈਂਟ ਟੈਂਸਿਸ ਨੇ ਉਹ ਆਪਣੇ ਆਪਣੇ ਰਿਸਪੈਕਟਿਵ ਪਾਸਟ ਟੈਂਸਿਸ ਦੇ ਵਿੱਚ ਚੇਂਜ ਹੋ ਜਾਣਗੇ. ਨੈਕਸਟ ਆ ਗਿਆ ਸਿੰਪਲ ਪਾਸਟ. ਸਿੰਪਲ ਪਾਸਟ ਚੇਂਜਸ ਇਨਟੂ ਪਾਸਟ ਪਰਫੈਕਟ. ਹੀ ਵੈਂਟ ਦਾ ਕੀ ਹੋ ਜਾਊਗਾ ਹੀ ਹੈਡ ਗੋਨ. he did ਦਾ ਕੀ ਹੋ ਜਾਊਗਾ he had done. past continuous changes into past perfect. he was going ਤੋਂ ਕੀ ਹੋ ਜਾਊਗਾ he had been going. past perfect no change. past perfect continuous no change. देखो simple past changes into past perfect, past continuous changes into past perfect continuous, and past perfect या फिर past perfect continuous no change. ਸਿੰਪਲ ਗੱਲ ਹੈ ਜਿੱਥੇ ਵਰਬ ਦੀ ਦੂਜੀ ਫਾਰਮ ਲੱਗੀ ਹੋਈ ਆਪਾਂ ਹੈਡ ਤੇ ਤੀਜੀ ਲਗਾ ਦੇਣੀ ਹੈ. ਜਿੱਥੇ ਵਾਜ਼ ਲੱਗਿਆ ਹੋਇਆ ਉੱਥੇ ਹੈਡ ਬੀਨ ਲਗਾ ਦੇਣਾ ਹੈ ਅਤੇ ਹੈਡ ਨੂੰ ਚੇਂਜ ਨਹੀਂ ਕਰਨਾ ਹੈਗਾ ਬਾਅਦ ਵਿੱਚ. ਸਿੰਪਲ ਫਿਊਚਰ ਦੇ ਵਿੱਚ ਜੋ ਵਿਲ ਸ਼ੈਲ ਹੈ ਇਹ ਕੀ ਬਣ ਜਾਊਗਾ ਵੁੱਡ ਬਣ ਜਾਣਾ ਹੈ. ਸ਼ੈਲ ਵੀ ਵਿਲ ਵੀ ਕੀ ਬਣ ਜਾਏਗਾ ਵੁੱਡ ਵੀ ਬਣ ਜਾਏਗਾ. ਜਿੱਥੇ ਸ਼ੈਲ ਹੈ ਜਾਂ ਵਿਲ ਹੈ ਉਹਦਾ ਕੀ ਹੋ ਜਾਣਾ ਵੁੱਡ ਹੋ ਜਾਣਾ. ਇਸੇ ਤਰ੍ਹਾਂ ਕੈਨ ਦਾ ਕੁੱਡ, ਮੇ ਦਾ ਮਾਈਟ ਐਂਡ ਮਾਈਟ ਸ਼ੁੱਡ ਔਟ ਟੂ ਇਹ ਨੋਰਮਲੀ ਚੇਂਜ ਨਹੀਂ ਹੁੰਦੇ. ਟੈਂਸ ਚੇਂਜ ਕਰਨ ਦਾ ਸਿੱਖਣ ਤੋਂ ਬਾਅਦ ਅਗਲਾ ਸਟੈਪ ਹੈਗਾ ਚੇਂਜਸ ਇਨ ਵਰਡਸ ਐਕਸਪ੍ਰੈਸਿੰਗ ਨੀਅਰਨੈਸ ਆਫ ਟਾਈਮ ਐਂਡ ਪਲੇਸ, ਜੋ ਐਡਵਰਬਸ ਕਹਿ ਦਿੰਦੇ ਆਪਾਂ. ਇਹਦੇ ਵਿੱਚ ਕੀ ਹੈ ਨਾਓ ਦਿਸ ਦਾ ਕੀ ਹੋ ਜਾਊਗਾ ਦੈਟ ਹੋ ਜਾਊਗਾ. ਨਾਓ ਦੈਨ these those here there ago before today that day tonight that night tomorrow the next day yesterday the previous day या the day before last night the previous night the night before next week the following week. ਇਹ ਆਪਾਂ ਚੇਂਜ ਤਾਂ ਕਰਦੇ ਹਾਂ ਕਿਉਂਕਿ ਕੀ ਪਤਾ ਆਪਾਂ ਨੂੰ ਗੱਲ ਕਿੰਨੀ ਪੁਰਾਣੀ ਕਹੀ ਗਈ ਹੋਵੇ. ਅਗਰ ਬੰਦੇ ਨੇ 4 ਦਿਨ ਪਹਿਲਾਂ ਕਿਹਾ ਕਿ ਆਈ ਐਮ ਗੋਇੰਗ ਟੂ ਮੀਟ ਯੂ ਟਮੋਰੋ, ਹੁਣ ਟਮੋਰੋ ਤਾਂ ਨਹੀਂ, ਅਗਰ ਆਪਾਂ ਅੱਜ ਗੱਲ ਕਰਾਂਗੇ ਤਾਂ ਫਿਰ ਉਹ ਟਮੋਰੋ ਨਹੀਂ ਰਹੇਗਾ. ਆਪਾਂ ਨੂੰ ਕੀ ਲਿਖਾਂਗੇ ਨੈਕਸਟ ਡੇ. ਹਾਂਜੀ, ਜਿਸ ਤਰ੍ਹਾਂ ਬੱਚੇ ਹੁਣ ਤੁਸੀਂ ਸਿੱਖ ਲਿਆ ਕਿਸ ਤਰ੍ਹਾਂ ਟੈਂਸ ਚੇਂਜ ਕਰਨਾ ਹੈ, ਕਿਸ ਤਰ੍ਹਾਂ ਪ੍ਰੋਨਾਊਨ ਚੇਂਜ ਕਰਨੇ ਨੇ ਅਤੇ ਕਿਸ ਤਰ੍ਹਾਂ ਐਡਵਰਬੀਅਲ ਚੇਂਜ ਕਰਨੇ ਨੇ. ਚਲੋ ਹੁਣ ਸਿੰਪਲ ਸੈਂਟੈਂਸਿਸ ਦੀ ਕੁਝ ਕੁ ਐਗਜ਼ਾਮਪਲਸ ਕਰੀਏ. ਸੁਨੀਤਾ ਸੇਜ਼ comma inverted comma start I am doing my work. ਸੁਨੀਤਾ ਸੇਜ਼ ਦੈਟ. ਦੇਖੋ ਜਿਹੜੇ ਸੈਂਟੈਂਸ ਦੇ ਵਿੱਚ ਆਪਾਂ ਨੂੰ ਆਬਜੈਕਟ ਜਿਹੜੇ ਰਿਪੋਰਟਿੰਗ ਵਰਬ ਦੇ ਵਿੱਚ ਇਕੱਲਾ ਸਬਜੈਕਟ ਹੈ ਆਬਜੈਕਟ ਨਹੀਂ ਹੈਗਾ ਉਹਦੇ ਵਿੱਚ ਆਪਾਂ ਨੇ ਕੁਝ ਨਹੀਂ ਕਰਨਾ, ਟੈਲ ਨਹੀਂ ਕਰਨਾ, ਆਪਾਂ ਸਿੰਪਲ ਦੈਟ ਲਾ ਦੇਣਾ ਹੈ. ਕੋਮੇ ਕੱਟ ਕੇ ਦੈਟ ਲਗਾਤਾ. I ਫਸਟ ਪਰਸਨ ਚੇਂਜਸ ਅਕੋਰਡਿੰਗ ਟੂ ਸਬਜੈਕਟ. ਸੁਨੀਤਾ ਲਈ ਆਪਾਂ ਹੁਣ ਕਿਹੜਾ ਲਾਵਾਂਗੇ ਸਬਜੈਕਟਿਵ ਪ੍ਰੋਨਾਊਨ ਸ਼ੀ is doing her work. ਆਪਾਂ ਟੈਂਸ ਨਹੀਂ ਚੇਂਜ ਕਰਨਾ. ਕਿਉਂ ਨਹੀਂ ਚੇਂਜ ਕਰਨਾ? ਕਿਉਂਕਿ ਇੱਥੇ ਜੋ ਰਿਪੋਰਟਿੰਗ ਵਰਬ ਦਾ ਟੈਂਸ ਹੈ ਉਹ ਪ੍ਰੈਜ਼ੈਂਟ ਹੈ. ਨੈਕਸਟ he will say I do not know you. ਇੱਥੇ ਵੀ ਰਿਪੋਰਟਿੰਗ ਵਰਬ ਦਾ ਟੈਂਸ ਕੀ ਹੈ ਫਿਊਚਰ ਹੈ, ਸੋ ਆਪਾਂ ਟੈਂਸ ਨਹੀਂ ਚੇਂਜ ਕਰਾਂਗੇ, ਸਿਰਫ ਆਪਾਂ ਪ੍ਰੋਨਾਊਨਸ ਚੇਂਜ ਕਰਾਂਗੇ. he will say ਕੋਮੇ ਕੱਟ ਕੇ ਕੀ ਲੱਗ ਗਿਆ ਦੈਟ ਲੱਗ ਗਿਆ. ਇੱਥੇ ਆਪਾਂ ਜ਼ਰੂਰ ਧਿਆਨ ਰੱਖਣਾ ਕੰਜੰਕਸ਼ਨ ਲਗਾਉਣ ਲੱਗੇ ਕਿ ਕਿਹੜਾ ਕੰਜੰਕਸ਼ਨ ਲਗਾਉਣਾ. I ਫਸਟ ਪਰਸਨ ਚੇਂਜਸ ਅਕੋਰਡਿੰਗ ਟੂ ਦਾ ਸਬਜੈਕਟ, ਸੋ ਕੀ ਬਣ ਗਿਆ ਹੀ ਦੇ ਨਾਲ ਆਪਾਂ ਡੂ ਨਹੀਂ ਲਗਾਵਾਂਗੇ ਡਜ਼ ਲਗਾਵਾਂਗੇ. ਨੋ ਯੂ ਸੈਕਿੰਡ ਪਰਸਨ ਆਬਜੈਕਟ ਹੈ ਨਹੀਂ ਗਾ ਇਹਦੇ, ਸੋ ਆਪਾਂ ਨੇ ਆਪਣੇ ਵੱਲੋਂ ਆਬਜੈਕਟ ਲਾ ਲਿਆ, ਇੱਥੇ ਆਬਜੈਕਟ ਮੀ ਲਗਾ ਲਿਆ ਆਪਣੇ ਵੱਲੋਂ ਆਪਾਂ, ਕਿਉਂਕਿ ਯੂ ਲਈ ਤਾਂ ਕੁਝ ਨਾ ਕੁਝ ਚਾਹੀਦਾ ਹੋਵੇਗਾ ਤਾਂ ਆਪਾਂ ਨੇ ਆਪਣੇ ਵੱਲੋਂ ਕੀ ਲਗਾ ਲਿਆ ਹੀ ਵਿਲ ਸੇ ਟੂ ਮੀ, ਸੋ ਇੱਥੇ ਵੀ ਕੀ ਲੱਗ ਗਿਆ ਮੀ. he said man is mortal. ਉਹਨੇ ਕਿਹਾ ਕਿ ਜੋ ਇਨਸਾਨ ਹੈ ਉਹ ਨਾਸ਼ਵਾਨ ਹੈ. ਸੋ ਇਹ ਕੀ ਹੈ ਯੂਨੀਵਰਸਲ ਟਰੂਥ ਹੈ. ਇਹਦੇ ਵਿੱਚ ਇਕੱਲਾ ਆਪਾਂ ਨੇ ਕੀ ਲਾਉਣਾ ਦੈਟ ਲਾਉਣਾ, ਭਾਵੇਂ ਕਿ ਇੱਥੇ ਆਪਣੇ ਕੋਲ ਜੋ ਰਿਪੋਰਟਿੰਗ ਵਰਬ ਸੀ ਪਾਸਟ ਦੇ ਵਿੱਚ ਸੀ, ਬਟ ਨੋ ਵੀ ਆਰ ਨਾਟ ਗੋਇੰਗ ਟੂ ਚੇਂਜ ਦਿਸ ਇਨਟੂ ਵਾਸ. ਕਿਉਂ? ਕਿਉਂਕਿ ਇਹ ਯੂਨੀਵਰਸਲ ਟਰੂਥ ਹੈ, ਆਪਾਂ ਇਹਨੂੰ ਚੇਂਜ ਨਹੀਂ ਕਰਾਂਗੇ. he said to her I will never forget you. ਹੀ ਹੁਣ ਦੇਖੋ ਇੱਥੇ ਸਬਜੈਕਟ ਵੀ ਹੈਗਾ ਆਬਜੈਕਟ ਵੀ ਹੈਗਾ ਤਾਂ ਆਪਾਂ ਟੋਲਡ ਲਾਵਾਂਗੇ, ਸੈੱਡ ਕਰਕੇ ਕੀ ਲਗਾਵਾਂਗੇ ਟੋਲਡ ਲਗਾਵਾਂਗੇ. ਹੀ ਟੋਲਡ ਹਰ ਕੋਮੇ ਕੱਟ ਕੇ ਕੀ ਲੱਗ ਗਿਆ ਦੈਟ ਲੱਗ ਗਿਆ. I ਫਸਟ ਪਰਸਨ ਚੇਂਜਸ ਅਕੋਰਡਿੰਗ ਟੂ ਸਬਜੈਕਟ ਦੀ ਜਗ੍ਹਾ 'ਤੇ ਕੀ ਆ ਗਿਆ ਹੀ. ਵਿਲ ਦਾ ਕੀ ਕਰਾਂਗੇ ਹੁਣ ਆਪਾਂ ਵੁੱਡ. ਨੈਵਰ ਫੋਰਗੈਟ. ਯੂ ਸੈਕਿੰਡ ਪਰਸਨ, ਹਰ ਦੇ ਅਕੋਰਡਿੰਗ ਕੀ ਬਣ ਗਿਆ ਹਰ. ਅਗਲਾ
ਰਾਮ ਸੈਡ ਕੌਮਾ ਇਨਵਰਟਡ ਕੌਮਾ ਸਟਾਰਟ ਆਈ ਵਿਲ ਰਾਈਟ ਦ ਸਟੋਰੀ, ਮੈਂ ਸਟੋਰੀ ਲਿਖੂੰਗਾ। ਰਾਮ ਸੈਡ, ਦੇਖੋ ਇਹਦੇ ਵਿੱਚ ਕੋਈ ਸੈਕਿੰਡ ਪਰਸਨ ਪ੍ਰੋਨਾਊਨ ਨਹੀਂ ਹੈਗਾ ਤਾਂ ਆਪਾਂ ਨੂੰ ਇੱਥੇ ਕੁਝ ਲਗਾਉਣ ਦੀ ਲੋੜ ਨਹੀਂ, ਆਪਾਂ ਸਿੰਪਲ ਰਾਮ ਸੈਡ ਦੈਟ ਆਈ, ਫਰਸਟ ਪਰਸਨ ਰਾਮ ਦੇ ਅਕੋਰਡਿੰਗ ਹੀ, ਵਿਲ ਦਾ ਵੁੱਡ ਹੋ ਗਿਆ, ਰਾਈਟ ਦਾ ਸਟੋਰੀ। ਪ੍ਰੀਤੀ ਸੈਡ ਟੂ ਮੀ ਯੂ ਟੀਚ ਵੈਲ, ਪ੍ਰੀਤੀ ਸੈਡ ਟੂ ਦੀ ਜਗ੍ਹਾ ਤੇ ਕੀ ਹੈਗਾ, ਟੋਲਡ ਆ ਗਿਆ, ਮੀ ਯੂ ਸੈਕਿੰਡ ਪਰਸਨ ਮੀ ਦੇ ਅਕੋਰਡਿੰਗ। ਹੁਣ ਯੂ ਸਬਜੈਕਟਿਵ ਪ੍ਰੋਨਾਊਨ ਹੈ ਤਾਂ ਮੀ ਦਾ ਸਬਜੈਕਟਿਵ ਪ੍ਰੋਨਾਊਨ ਕੀ ਹੁੰਦਾ ਹੈ, ਆਈ। ਟੀਚ ਫਰਸਟ ਵਰਬ, ਫਰਸਟ ਫਾਰਮ ਆਫ ਵਰਬ ਸਿੰਪਲ ਪ੍ਰੈਜ਼ੈਂਟ ਟੈਂਸ ਹੈ, ਸਿੰਪਲ ਪ੍ਰੈਜ਼ੈਂਟ ਟੈਂਸ ਚੇਂਜ ਹੁੰਦਾ ਹੈ ਸਿੰਪਲ ਪਾਸਟ, ਸੋ ਕੀ ਬਣ ਗਿਆ ਸੈਕਿੰਡ ਫਾਰਮ, ਟੌਟ ਵੈਲ, ਆਈ ਟੌਟ ਵੈਲ। ਅਗਲਾ ਆ ਗਿਆ ਦ ਓਲਡ ਮੈਨ ਸੈਡ ਯੂ ਹੈਵ ਡਨ ਇਟ, ਦ ਓਲਡ ਮੈਨ ਟੋਲਡ, ਇੱਥੇ ਆਪਾਂ ਨੇ ਆਪਣੇ ਵੱਲੋਂ ਮੀ ਲਗਾ ਲਿਆ ਕਿਉਂਕਿ ਇਹਦੇ ਵਿੱਚ ਯੂ ਸੀਗਾ, ਯੂ ਨੂੰ ਚੇਂਜ ਕਰਨਾ ਸੀ, ਦੈਟ ਯੂ ਕਿਹਦੇ ਅਕੋਰਡਿੰਗ ਚੇਂਜ ਹੋਊਗਾ, ਇੱਥੇ ਕੀ ਹੋਊਗਾ ਸੈਡ ਟੂ ਮੀ, ਆਪਣੇ ਵੱਲੋਂ ਲਗਾ ਲਿਆ ਹੈ ਕਿਉਂਕਿ ਸਮਝਣਾ ਤਾਂ ਉਹ ਕਿਸੇ ਨੂੰ ਤਾਂ ਬੰਦਾ ਕਹੇਗਾ ਹੀ ਯੂ, ਇਸ ਲਈ ਆਪਾਂ ਨੇ ਆਪਣੇ ਵੱਲੋਂ ਯੂ ਲਗਾ ਲਿਆ, ਆਪਾਂ ਕੁਝ ਵੀ ਲਗਾ ਸਕਦੇ ਹਾਂ। ਯੂ ਮੀ ਦੇ ਅਕੋਰਡਿੰਗ ਕੀ ਹੋ ਗਿਆ, ਆਈ ਹੈਡ ਡਨ ਇਟ ਦਾ ਕੀ ਹੋ ਗਿਆ ਦੈਟ। She said to him, I shall meet you tomorrow. She told him that. I first person she shall ਦਾ ਕੀ ਹੋ ਗਿਆ would, meet you him ਦੇ ਅਕੋਰਡਿੰਗ, him tomorrow ਦਾ ਕੀ ਹੋ ਗਿਆ next day। 9th sentence, she said to me, I had not prepared my test before you came. she said to ਦਾ ਕੀ ਹੋ ਗਿਆ told me, ਇਨਵਰਟਡ ਕੌਮਾ ਕੱਟ ਕੇ that, I first person she ਦੇ ਅਕੋਰਡਿੰਗ she had past perfect tense, ਇਹ ਨਹੀਂ ਚੇਂਜ ਹੁੰਦਾ ਸੋ ਆਪਾਂ had ਦਾ had ਰੱਖ ਲਿਆ, not prepared my first person she ਦੇ ਅਕੋਰਡਿੰਗ ਕੀ ਬਣ ਗਿਆ, she ਦਾ possessive pronoun her, test before you second person ਕਿਹਦੇ ਅਕੋਰਡਿੰਗ ਚੇਂਜ ਹੋਏਗਾ, ਮੀ ਦੇ ਅਕੋਰਡਿੰਗ ਚੇਂਜ ਹੋਏਗਾ, ਸੋ ਕੀ ਹੋ ਗਿਆ ਆਈ ਕੇਮ। I said to her, you helped me yesterday. I told her that. You second person changes according to the object. She helped, past indefinite changes into past perfect, had helped. Me first person changes according to subject I me ਦੋਨੇ ਭੈਣ ਭਾਈ ਹੋ ਗਏ, ਇਸ ਲਈ ਆਪਾਂ ਨੇ ਮੀ ਦਾ ਮੀ ਰੱਖ ਲਿਆ। yesterday ਦਾ ਕੀ ਹੋ ਗਿਆ, yesterday ਦਾ ਮੈਂ ਗਲਤ ਲਗਾਇਆ, ਇੱਥੇ ਕੀ ਆਊਗਾ the previous day, ਠੀਕ ਹੈ, yesterday ਦਾ ਕੀ ਆ ਗਿਆ the previous day। ਆਈ ਹੋਪ ਤੁਹਾਨੂੰ ਅਜ਼ਰਟਿਵ ਸੈਂਟੈਂਸਿਸ, ਸਿੰਪਲ ਸੈਂਟੈਂਸਿਸ ਦਾ ਨਰੇਸ਼ਨ ਚੇਂਜ ਕਰਨੀ ਆ ਗਈ ਹੋਏਗੀ। ਨੈਕਸਟ ਆਪਾਂ ਕਰਾਂਗੇ ਇੰਟੈਰੋਗੇਟਿਵ ਸੈਂਟੈਂਸਿਸ। ਹਾਂਜੀ ਪਿਆਰੇ ਬੱਚਿਓ, ਆਪਾਂ ਪਹਿਲਾਂ ਸਿੰਪਲ ਸੈਂਟੈਂਸਿਸ ਕੀਤੇ ਨੇ ਜਾਂ ਅਜ਼ਰਟਿਵ ਸੈਂਟੈਂਸਿਸ ਕੀਤੇ ਨੇ ਜਾਂ ਜਿਨ੍ਹਾਂ ਨੂੰ ਬਿਆਨੀਆ ਵਾਕ ਕਹਿੰਦੇ ਆ ਉਹ ਕੀਤੇ ਨੇ। ਨੈਕਸਟ ਆਰ ਇੰਟੈਰੋਗੇਟਿਵ ਸੈਂਟੈਂਸਿਸ। ਇੰਟੈਰੋਗੇਟਿਵ ਸੈਂਟੈਂਸਿਸ ਕਿਹੜੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਕੋਈ ਕੁਐਸਚਨ ਪੁੱਛਿਆ ਜਾਵੇ। ਇਹਨਾਂ ਨੂੰ ਆਓ ਦੇਖੀਏ ਕਿਸ ਤਰ੍ਹਾਂ ਇਹਨਾਂ ਦੀ ਡਾਇਰੈਕਟ ਤੋਂ ਇਨਡਾਇਰੈਕਟ ਨਰੇਸ਼ਨ ਬਣਾਉਣੀ ਹੈ। ਹੀ ਸੈਡ ਟੂ ਹਰ comma inverted comma start, are you reading this book? he said to, ਪਹਿਲਾਂ ਆਪਾਂ told ਲਗਾਉਂਦੇ ਸੀ, ਹੁਣ ਆਪਾਂ ਕੀ ਲਗਾਵਾਂਗੇ asked ਲਗਾਵਾਂਗੇ। ਇਹ ਬਾਅਦ ਵਿੱਚ ਜਦੋਂ ਤੁਸੀਂ ਲੇਟਰ ਸਟੇਜਸ 'ਤੇ ਜਾਓਗੇ ਇਨਕੁਆਇਰਡ ਵੀ ਆ ਜਾਂਦਾ ਹੈ, ਵਾਂਟਡ ਟੂ ਨੋ ਵੀ ਆ ਜਾਂਦਾ, ਬਟ ਫਿਲਹਾਲ ਆਪਾਂ ਇੱਕ ਚੀਜ਼ ਰੱਖਾਂਗੇ, ਬੇਸਿਕਸ ਰੱਖਾਂਗੇ asked। he asked her, ਕੌਮਾ ਕੱਟਿਆ, ਜਿਹੜੇ ਦੋਨੇ ਇਨਵਰਟਡ ਕੌਮਾਸ ਆਪਾਂ ਨੇ ਰਿਮੂਵ ਕੀਤੇ, ਇਹਨਾਂ ਨੂੰ ਜੋੜਨ ਲਈ ਵੀ ਨੀਡ ਆ ਕੰਜੰਕਸ਼ਨ ਦੀ ਲੋੜ ਹੈ। ਪਹਿਲਾਂ ਆਪਾਂ ਕੰਜੰਕਸ਼ਨ ਲਗਾਉਂਦੇ ਸੀ ਦੈਟ, ਹੁਣ ਕੰਜੰਕਸ਼ਨ ਲਗਾਵਾਂਗੇ ਆਪਾਂ ਇਫ ਜਾਂ ਵੈਦਰ। ਜਿਹੜਾ ਫੈਵੀਕੋਲ ਲਾਉਣਾ ਇਹਨਾਂ ਦੋਨਾਂ ਕਲੌਜ਼ਸ ਨੂੰ ਜੋੜਨ ਲਈ, ਉਹ ਫੈਵੀਕੋਲ ਕਿਹੜਾ ਜੀ, ਜਾਂ ਤਾਂ ਇਫ ਹੈ ਜਾਂ ਫਿਰ ਵੈਦਰ ਹੈ। ਇਫ ਯੂ ਸੈਕਿੰਡ ਪਰਸਨ ਸ਼ੀ। ਅੱਛਾ, ਜਿਹੜਾ ਹੁਣ ਕੁਐਸਚਨ ਹੈ ਇੰਟੈਰੋਗੇਟਿਵ ਤੋਂ ਆਪਾਂ ਨੇ ਸਿੰਪਲ ਬਣਾ ਦੇਣਾ ਹੈ, ਇੰਟੈਰੋਗੇਟਿਵ ਨਹੀਂ ਰੱਖਣਾ, ਕਿਉਂਕਿ ਯਾਦ ਰੱਖੋਗੇ ਜਿਸ ਤਰ੍ਹਾਂ ਆਪਾਂ ਕਿਸੇ ਨੇ ਆਪਾਂ ਨੂੰ ਹੁਣ ਕੁਐਸਚਨ ਪੁੱਛਿਆ, ਪਰ ਬਾਅਦ ਵਿੱਚ ਜਾ ਕੇ ਆਪਾਂ ਉਹਦਾ ਐਜ਼ ਇਟ ਇਜ਼ ਗੱਲ ਕਰਨੀ ਹੈ ਤਾਂ ਕੁਐਸਚਨ ਪੁੱਛਾਂਗੇ, ਪਰ ਉਹਨਾਂ ਸ਼ਬਦ ਨੂੰ ਅਗਰ ਆਪਾਂ ਆਪਣੇ ਸ਼ਬਦਾਂ 'ਚ ਕਹਾਂਗੇ ਜਾ ਕੇ ਤਾਂ ਕੁਐਸਚਨ ਨਹੀਂ ਰਹੂਗਾ। ਸੋ ਹੁਣ ਇਹ ਕੁਐਸਚਨ ਹਟਾ ਦੇਣਾ, ਇਹਨੂੰ ਸਿੰਪਲ ਬਣਾ ਦੇਣਾ ਹੈ। ਇਸ ਲਈ ਜਿਹੜਾ ਆਰ ਪਹਿਲਾਂ ਲੱਗਿਆ ਹੋਇਆ ਸਬਜੈਕਟ ਤੋਂ, ਹੁਣ ਸਬਜੈਕਟ ਤੋਂ ਬਾਅਦ ਚਲਾ ਜਾਊਗਾ। ਯੂ ਦਾ ਕੀ ਹੋ ਗਿਆ ਸ਼ੀ, ਆਰ ਚਲਾ ਗਿਆ ਇਸ ਤੋਂ ਬਾਅਦ ਇੱਥੇ
was। प्रेजेंट कॉन्टीन्यूस चेंजेस इनटू पास्ट कॉन्टीन्यूस। रीडिंग दिस दा की हो गया दैट बुक। क्वेश्चन मार्क हटा देना अपने इत्थे की लगा देना फुल स्टॉप। सेकंड क्वेश्चन देखो एक बार। शी सेड टू मी कॉमा इन्वर्टेड कॉमा स्टार्ट विल यू हेल्प हिम। शी आस्ट मी कॉमे कट के इफ या फिर वैदर, जिहड़ा मर्जी लगा लो, एक लगा लो। यू फर्स्ट पर्सन नहीं है कि ये सेकंड पर्सन है। मी के अकॉर्डिंग की हो जाऊगा आई। विल हुन सब्जेक्ट तो बाद आऊगा की हो गया वुड। हेल्प हिम थर्ड पर्सन नो चेंज। तीसरा सेंटेंस, रोहित सेड टू सीता कैन यू सॉल्व दिस क्वेश्चन। रोहित आस्ट सीता, इन्वर्टेड कॉमर्स कट्टे आपने लगाता इफ। वैदर भी लगा सकते सी, इफ लगा सकते हैं। कैन अंदर चला जाऊगा यू सेकंड पर्सन सीता के अकॉर्डिंग की हो गया शी। कैन दा की हो गया कुड। सॉल्व दिस दा की हो गया दैट क्वेश्चन। रोहित आस्क्ड सीता इफ शी कुड सॉल्व दैट क्वेश्चन। मोहन सेड टू मी हैव यू विजिटेड द ताज। मोहन आस्क्ड मी वेदर या फिर इफ यू आई हैव दा की हो गया हैड विजिटेड द ताज। मोहित विल से टू हर वाई डू यू नीड इट। ਹੁਣ देखो ये ਜਿਹੜੇ इंटैरोगेटिव सेंटेंसिस ने ਪਹਿਲਾਂ वाले इंटैरोगेटिव सेंटेंस पहले चार ਤੇ ਪੰਜਵੇਂ ਦੇ ਵਿੱਚ ਫਰਕ ਹੈ। ਪਹਿਲਾਂ ਵਾਲੇ इंटैरोगेटिव सेंटेंसिस ਦੀ ਕਿਸੇ ਹੈਲਪਿੰਗ ਵਰਬ ਨਾਲ ਸ਼ੁਰੂ ਹੋ ਰਹੇ ਸੀਗੇ। ਪਹਿਲਾ ਵਾਲਾ ਆਰ ਨਾਲ ਸ਼ੁਰੂ ਹੋਇਆ, ਪਹਿਲਾ ਵਾਲਾ ਆਰ ਨਾਲ ਸ਼ੁਰੂ ਹੋਇਆ, ਦੂਜੇ ਵਾਲਾ ਵਿਲ ਨਾਲ ਸ਼ੁਰੂ ਹੋਇਆ, ਤੀਸਰੇ ਵਾਲਾ ਕੈਨ ਨਾਲ ਸ਼ੁਰੂ ਹੋਇਆ, ਚੌਥੇ ਵਾਲਾ ਹੈਵ ਨਾਲ ਸ਼ੁਰੂ ਹੋਇਆ। ਪਰ ਹੁਣ ਇਹ ਜਿਹੜਾ ਹੈਗਾ ਇਹ WH ਵਰਡ ਨਾਲ ਸ਼ੁਰੂ ਹੋਇਆ। WH ਵਰਡ ਕਿਹੜੇ ਕਿਹੜੇ ਹੁੰਦੇ ਨੇ? ਵਾਈ, when, where, who, how, which। ठीक है, इस तरह के जोड़े है। वाई डू यू नीड इट, इस सेंटेंस के दो चीज़ां ध्यान रखने वाली ने। पहला देखो मोहित विल आस्क। देखो फ्यूचर के आ गया, आप इसका मतलब टेंस चेंज नहीं करना क्योंकि जी रिपोर्टिंग वर्ब है फ्यूचर चाहे ये पास दे विच नहीं हैगी, आप टेंस नहीं चेंज करांगे। मोहित विल आस्क हर, कॉमे कट्टे। कॉमे कट्टन तो बाद आपने जोड़े WH वर्ड्स नाल स्टार्ट होंदे ने उन्हां दे नाल कोई कनैक्टर की लोड़ नहीं हैगी। जोड़े WH वर्ड्स ने ये अपने आप कनैक्टर्स ने। जिस तरह स्टिकर होंदा ना कि स्टिकर के पिछे उतारिया तो वो चिपक जाता, कोई गूंद लगाने की लोड़ नहीं पैंदी। ये भी इस तरह ने कि वो कॉमे उतारे, कॉमे की ने एक तरह का स्टिकर का पिछला रैपर है, इन्हां दी गूंद निकले वो अपने आप चिपक जाते हैं। समझ आ गया होगा तुहानूं। मोहित विल आस्क हर वाई यू अगे आ गया शी। देखो प्रेजेंट इंडेफिनिट का सिंपल बना देना अपने, क्वेश्चन हटा देना। वाई शी नीड्स दैट। शी सेड टू मी वाई विल ही मीट यू टुमारो। शी सेड टू मी वाई विल ही मीट यू टुमारो। शी आस्क्ड मी, अगेन WH वर्ड है तो अपन किसी कनैक्टर की लोड़ नहीं, ये अपने आप स्टिकर की तरह है, किसी फेविकोल की लोड़ नहीं, स्टिकर ही अपने आप चिपक गया। वाई विल चला गया ही तो बाद, ही थर्ड पर्सन नो चेंज, ही विल का हो गया वुड। मीट यू सेकंड पर्सन मी दे अकॉर्डिंग मी। द टुमारो का हो गया नेक्स्ट डे। ही सेड टू मी हाउ मच मनी डू यू वांट। ही आस्क्ड मी, कॉमे कट्टे, किसी चीज़ की लोड़ नहीं हैगी। हाउ मच मनी, देखो ये उत्थे तक आपने उवें लिख लेना जिथे तक एक नहीं आता है अपना हैल्पिंग वर्ब नहीं आता, जोड़न लई नहीं आता। इंटैरोगेशन वाला जो सेंटेंस है हैल्पिंग वर्ब है वो नहीं आता। हाउ मच मनी उत्थे तक आप सेम लिख लिया, हाउ मच मनी। यू का की हो गया सेकंड पर्सन आई वांटेड। सिंपल सेंटेंस बनाता अपने प्रेजेंट इंडेफिनिट तो। मनीष सेड टू रोहित व्हेन आर यू रिटर्निंग माई बुक। मनीष आस्क्ड रोहित व्हेन, यू सेकंड पर्सन ही, आर दा की हो गया वॉज, रिटर्निंग माई फर्स्ट पर्सन रोहित के अकॉर्डिंग हिज बुक। आई होप तुहानूं समझ आ गया होगा कि इंटैरोगेटिव सेंटेंसिस ने जिहड़े दो तरह के ने, जिन्हां दे विच पहले हैगे ने
ਜੋ ਹੈਲਪਿੰਗ ਵਰਬ ਨਾਲ ਸ਼ੁਰੂ ਹੁੰਦੇ ਨੇ, ਤੇ ਕੁਝ ਕੁ ਹੈਗੇ ਨੇ ਜਿਹੜੇ WH ਵਰਡ ਜਿਵੇਂ ਵਾਈ, ਵੈਨ, ਵੇਅਰ, ਹੂ, ਹਾਊ, ਵਿਚ ਨਾਲ ਸ਼ੁਰੂ ਹੁੰਦੇ ਨੇ। ਸੋ ਪਹਿਲਿਆਂ ਦੇ ਵਿੱਚ ਆਪਾਂ ਨੇ ਕਨੈਕਟਰ ਦੀ ਜ਼ਰੂਰਤ ਪਊਗੀ। ਪਹਿਲਾ ਕਨੈਕਟਰ ਕਿਹੜਾ ਹੋਊਗਾ? ਇਫ ਜਾਂ ਵੈਦਰ। ਤੇ ਜਿਹੜੇ WH ਵਰਡਸ ਵਾਲੇ ਨੇ ਉਹਨਾਂ ਦੇ ਨਾਲ ਆਪਾਂ ਨੂੰ ਕਿਸੇ ਕਨੈਕਟਰ ਦੀ ਲੋੜ ਨਹੀਂ ਹੈਗੀ। ਨੈਕਸਟ, ਆਫਟਰ ਇੰਟਰੋਗੇਟਿਵ ਸੈਂਟੈਂਸਸ ਲੈਟਸ ਡੂ ਇੰਪੈਰੇਟਿਵ ਸੈਂਟੈਂਸਸ। ਇੰਪੈਰੇਟਿਵ ਸੈਂਟੈਂਸਸ ਕਿਹੜੇ ਹੁੰਦੇ ਨੇ? ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਹੁਕਮੀ ਵਾਕ ਕਹਿ ਦਿੰਦੇ ਆ। ਇਹਦੇ ਵਿੱਚ ਕੀ ਆ ਜਾਂਦੇ ਨੇ? ਆਰਡਰਸ ਆ ਜਾਂਦੇ ਨੇ, ਰਿਕੁਐਸਟਸ ਆ ਜਾਂਦੀਆਂ ਨੇ, ਕਮਾਂਡਸ ਆ ਜਾਂਦੇ ਨੇ, ਐਡਵਾਈਸ ਆ ਜਾਂਦੀ ਹੈ, ਕੋਈ ਨਾ ਕੋਈ ਸਲਾਹ ਆ ਜਾਂਦੀ ਹੈ। ਜਿਸ ਤਰ੍ਹਾਂ ਦੇਖੋ, ਹੀ ਸੈਡ ਟੂ ਮੀ ਫੋਲੋ ਦ ਰੂਲਸ। ਇਹਦੇ ਵਿੱਚ ਕੀ ਕਰਨਾ ਆਪਾਂ ਨੇ? ਪਹਿਲਾਂ ਜਿਸ ਤਰ੍ਹਾਂ ਆਪਾਂ ਸਿੰਪਲ ਸੈਂਟੈਂਸਿਸ ਦੇ ਵਿੱਚ ਟੈਲ ਆਇਆ, ਆਪਣਾ ਕੁਐਸਚਨਸ ਵਾਲਿਆਂ ਦੇ ਵਿੱਚ ਆਪਾਂ ਨੇ ਆਸਕ ਲਗਾਇਆ। ਇੰਪੈਰੇਟਿਵ ਸੈਂਟੈਂਸਿਸ ਦੇ ਵਿੱਚ ਰਿਪੋਰਟਡ ਸਪੀਚ ਦੇ ਅਕੋਰਡਿੰਗ ਲੱਗੇਗੀ, ਜੋ ਵੀ ਇਹ ਲੱਗੇਗਾ। ਹੁਣ ਇਹਦੇ ਵਿੱਚ ਕੀ ਫੋਲੋ ਦ ਰੂਲਸ, ਇਟ ਮੀਨਸ ਇਟ ਇਜ਼ ਐਨ ਐਡਵਾਈਸ। ਸੋ ਆਪਾਂ ਕੀ ਲਿਖਤਾ? ਹੀ ਐਡਵਾਈਜ਼ਡ ਮੀ, ਕੌਮੇ ਕੱਟ ਕੇ ਇਹਦੇ ਵਿੱਚ ਜਿਹੜਾ ਫੈਬੀਕੋਲ ਲਾਉਣਾ, ਜਿਹੜਾ ਕੰਜੰਕਸ਼ਨ ਲਾਉਣਾ, ਉਹ ਕੀ ਲਗਾਉਣਾ ਹੈ? ਟੂ ਲਗਾਉਣਾ ਹੈ, ਟੂ ਫੋਲੋ ਦ ਰੂਲਸ। ਸ਼ੀ ਸੈਡ ਟੂ ਹਿਮ ਪਲੀਜ਼ ਹੈਲਪ ਮੀ। ਹੁਣ ਇਹ ਕੀ ਹੈ? ਪਲੀਜ਼ ਹੈਲਪ ਮੀ ਇਹ ਰਿਕੁਐਸਟ ਹੈ। ਸ਼ੀ ਰਿਕੁਐਸਟਡ ਹਿਮ ਟੂ, ਕੌਮੇ ਕੱਟ ਕੇ ਕੀ ਲੱਗ ਗਿਆ? ਟੂ ਲੱਗ ਗਿਆ। ਪਲੀਜ਼ ਆਪਣੇ ਕੱਟ ਦੇਣੇ, ਕਿਉਂਕਿ ਰਿਕੁਐਸਟਡ ਅਗਰ ਜਦੋਂ ਲਗਾ ਦਿੱਤਾ ਤਾਂ ਪਲੀਜ਼ ਆਪਣੇ ਆਪ ਚਲਾ ਗਿਆ। ਸ਼ੀ ਰਿਕੁਐਸਟਡ ਹਿਮ ਟੂ ਹੈਲਪ ਮੀ, ਫਸਟ ਪਰਸਨ, ਸ਼ੀ ਦੇ ਅਕੋਰਡਿੰਗ ਹਰ। ਦ ਟੀਚਰ ਸੈਡ ਟੂ ਦ ਬॉयਜ਼ ਡੋਂਟ ਮੇਕ ਅ ਨੋਇਸ। ਟੀਚਰ ਨੇ ਬੱਚਿਆਂ ਨੂੰ ਕਿਹਾ ਰੌਲਾ ਨਾ ਪਾਓ। ਦ ਟੀਚਰ, ਹੁਣ ਇਹਦੇ ਵਿੱਚ ਆਰਡਰ ਦਿੱਤਾ ਗਿਆ। ਦ ਟੀਚਰ ਆਰਡਰਡ ਦ ਬॉयਜ਼, ਡੂ ਨੋਟ ਵਾਲੇ ਦਾ ਕੀ ਹੋ ਜਾਊਗਾ? ਨੋਟ ਟੂ। ਕੀ ਹੋ ਜਾਏਗਾ? ਨੋਟ ਟੂ। ਕੌਮੇ ਕੱਟ ਕੇ ਆਪਾਂ ਨੇ ਟੂ ਲਗਾਉਣਾ ਸੀ, ਪਰ ਡੂ ਨੋਟ ਲੱਗਿਆ ਤਾਂ ਟੂ ਤੋਂ ਪਹਿਲਾਂ ਨੋਟ ਲੱਗ ਗਿਆ। ਨੋਟ ਟੂ ਮੇਕ ਅ ਨੋਇਸ। ਫਾਦਰ ਸੈਡ ਟੂ ਹਿਜ਼ ਸਨਸ ਅਵੋਇਡ ਬੈਡ ਕੰਪਨੀ, ਬੁਰੀ ਸੰਗਤ ਤੋਂ ਬਚੋ। ਸੋ ਇਹ ਕੀ ਹੋ ਗਈ? ਐਡਵਾਈਜ਼ ਹੋ ਗਈ। ਫਾਦਰ ਐਡਵਾਈਜ਼ਡ ਹਿਜ਼ ਸਨਸ, ਕੌਮੇ ਕੱਟ ਕੇ ਟੂ ਅਵੋਇਡ ਬੈਡ ਕੰਪਨੀ। ਹੀ ਸੈਡ ਟੂ ਮੀ ਓਪਨ ਦ ਡੋਰ। ਹੁਣ ਆਪਾਂ ਨੂੰ ਇੱਥੇ ਨਹੀਂ ਪਤਾ ਚੱਲ ਰਿਹਾ ਕਿ ਇਹ ਰਿਕੁਐਸਟ ਹੈ, ਆਰਡਰ ਹੈ, ਕੀ ਹੈ। ਅਗਰ ਆਪਾਂ ਨੂੰ ਨਹੀਂ ਪਤਾ ਚੱਲ ਰਿਹਾ ਤਾਂ ਆਪਾਂ ਸਿੰਪਲੀ ਵੀ ਕੈਨ ਯੂਜ਼ ਟੋਲਡ। ਹੀ ਟੋਲਡ ਮੀ ਟੂ ਓਪਨ ਦ ਡੋਰ। ਦ ਆਫਿਸਰ ਸੈਡ ਟੂ ਦ ਜੂਨੀਅਰ ਡੂ ਇਟ ਕੁਇਕਲੀ। ਆਫਿਸਰ ਨੇ ਜੂਨੀਅਰ ਨੂੰ ਕਿਹਾ ਇਹਨੂੰ ਜਲਦੀ ਕਰੋ। ਸੋ ਇਟਸ ਅ ਕਮਾਂਡ, ਆਰਡਰ ਹੈ। ਦ ਆਫਿਸਰ ਕਮਾਂਡਡ ਦ ਜੂਨੀਅਰ, ਕੌਮੇ ਕੱਟ ਕੇ ਟੂ ਡੂ ਇਟ ਕੁਇਕਲੀ। ਹੀ ਸੈਡ ਟੂ ਦ ਪੀਅਨ ਲੈਟ ਹਿਮ ਗੋ। He ordered the peon to let him go. Him third person से इसलिए no change. The gardener said to the boys, do not pluck flowers. Gardener ने boys ਨੂੰ ਕਿਹਾ do not pluck flowers. ਆਪਾਂ ਇਹ ਜਿਹੜਾ ਹੈਗਾ do not ਵਾਲਾ sentence ਹੈ, ਤੀਜਾ sentence ਵੀ ਕੀਤਾ ਆਪਾਂ ਨੇ do not ਵਾਲਾ। ਇਹਨੂੰ ਆਪਾਂ ਦੋ ਤਰ੍ਹਾਂ ਕਰ ਸਕਦੇ ਹਾਂ, ਜਾਂ ਤਾਂ not to ਲਗਾ ਕੇ ਕਰ ਦਾਂਗੇ, ਜਾਂ ਫਿਰ the gardener forbade, forbid, forbade, forbidden, forbid ਇਹ ਫਰਸਟ ਫਾਰਮ ਹੁੰਦੀ ਹੈ, ਮਨਾ ਕਰਨਾ ਇਹਦਾ ਮਤਲਬ ਕੀ ਹੁੰਦਾ ਹੈ? forbade, forbidden, forbid ਦਾ ਮਤਲਬ ਕੀ ਹੈ? ਮਨਾ ਕਰਨਾ। ਗਾਰਡਨਰ ਨੇ ਮਨਾ ਕੀਤਾ ਬॉयਜ਼ ਨੂੰ ਟੂ ਪਲੱਕ ਫਲਾਵਰਸ। ਜਦੋਂ ਆਪਾਂ ਨੇ forbid ਯੂਜ਼ ਕਰ ਲਿਆ, forbade ਯੂਜ਼ ਕਰ ਲਿਆ, ਤਾਂ ਆਪਾਂ ਨੂੰ not ਦੀ ਲੋੜ ਨਹੀਂ ਹੈਗੀ, ਆਪਾਂ not ਨਹੀਂ ਲਗਾਉਣਾ। ਇਹਨੂੰ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ, ਗਾਰਡਨਰ ਟੋਲਡ ਦਾ ਬॉयਜ਼ ਨਾਟ ਟੂ ਪਲੱਕ ਫਲਾਵਰਸ। ਅਗਰ ਆਪਾਂ ਨੇ ਨਾਟ ਲਗਾਉਣਾ ਹੈ ਤਾਂ ਕੀ ਲੱਗ ਜੂਗਾ? ਫਿਰ ਆਪਾਂ ਫੋਰਬਿਡ ਦੀ ਵਰਤੋਂ ਨਹੀਂ ਕਰਾਂਗੇ। ਫੋਰਬਿਡ ਦਾ ਮਤਲਬ ਹੀ ਮਨਾ ਕਰਨਾ ਹੈ, ਇਸ ਲਈ ਆਪਾਂ ਫਿਰ ਨਾਟ ਕੱਟ ਦਾਂਗੇ। ਦਾ ਗਾਰਡਨਰ ਫੋਰਬਿਡ ਦਾ ਬॉयਜ਼ ਟੂ ਪਲੱਕ ਫਲਾਵਰਸ। ਸ਼ੀ ਸੈਡ ਟੂ ਮੀ ਕਾਈਂਡਲੀ ਕਾਲ ਹਰ, ਰਿਕੁਐਸਟ ਕੀਤੀ ਹੈ। ਪਲੀਜ਼ ਤੇ ਕਾਈਂਡਲੀ ਇਹ ਕੀ ਨੇ? ਰਿਕੁਐਸਟਸ ਨੇ। ਸ਼ੀ ਰਿਕੁਐਸਟਡ ਮੀ ਟੂ ਕਾਲ ਹਰ, ਆਪਾਂ ਨੇ ਕਾਈਂਡਲੀ ਕੱਟ ਦੇਣਾ ਹੈ। ਅਗਲਾ ਆ ਗਿਆ ਐਕਸਕਲੇਮੇਟਰੀ ਸੈਂਟੈਂਸਸ, ਹੈਰਾਨੀਵਾਚਕ ਸੈਂਟੈਂਸ ਨੇ ਜਿਹੜੇ। ਹੁਣ ਪਹਿਲਾ ਹੈਰਾਨੀਵਾਚਕ ਸੈਂਟੈਂਸ ਕੀ ਹੈ? ਦ ਕੈਪਟਨ ਸੈਡ ਹੁਰਾ ਵੀ ਹੈਵ ਵਨ। ਹੁਰਾ ਕੀ ਹੈ? ਇਹ ਖੁਸ਼ੀ ਦਾ ਪ੍ਰਤੀਕ ਹੈ। ਦ ਕੈਪਟਨ ਐਕਸਕਲੇਮਡ, ਐਕਸਕਲੇਮਡ ਦਾ ਮਤਲਬ ਹੁੰਦਾ ਹੈਰਾਨੀ ਜ਼ਾਹਰ ਕਰਨੀ, ਵਿਦ ਜੋਏ, ਕਿਉਂਕਿ ਹੁਰਾ ਲੱਗਿਆ ਹੋਇਆ ਤਾਂ ਫਿਰ ਕੀ ਹੋ ਗਿਆ? ਵਿਦ ਜੋਏ। ਹੁਣ ਆਪਾਂ ਇਹਨਾਂ ਨੂੰ ਜੋੜਨ ਲਈ ਕੀ ਯੂਜ਼ ਕਰਾਂਗੇ? ਦੈਟ। ਅੱਗੇ ਸੇਮ ਹੈ, ਵੀ ਫਸਟ ਪਰਸਨ, ਕੈਪਟਨ ਦੇ ਅਕੋਰਡਿੰਗ ਦੇ, ਹੈਵ ਦਾ ਕੀ ਹੋ ਗਿਆ? ਹੈਡ ਵਨ। ਜਿਹੜੇ ਹੋਰਾਂ ਵਾਲੇ ਸੈਂਟੈਂਸਿਸ ਉਹਨਾਂ ਦੇ ਵਿੱਚ ਆਪਾਂ ਲਿਖਾਂਗੇ ਐਕਸਕਲੇਮਡ ਵਿਦ ਜੋਏ। ਇਸੇ ਤਰ੍ਹਾਂ ਸੈਕੰਡ ਸੈਂਟੈਂਸ, ਦ ਓਲਡ ਮੈਨ ਸੈਡ ਐਲਾਸ ਆਈ ਐਮ ਰੂਇੰਡ।
ओल्ड मैन ने कहा हायो रब्बा मैं बर्बाद हो गया। लास्ट का मतलब क्या हो गया भी दुख का यह प्रतीक है, दुख का एक्सक्लेमेटरी सेंटेंस साइन है। द ओल्ड मैन एक्सक्लेम्ड विद सौरो, जिस तरह आप पहला एक्सक्लेम्ड विद जॉय लगाया से, इतने आप एक्सक्लेम्ड विद सौरो दैट ही वॉज रूइंड। शी सेड हाउ स्टूपिड आई हैड बीन। ये सिंपल आ गया, ये सिंपल हैरानीवाचक सेंटेंस आ गया, अपन इनू सिंपल कर देना, हैरानी हटा देनी है। शी एक्सक्लेम्ड दैट I first person, she had been very stupid. He said what a lovely scene, उन्हें कहा भी कितना सोहना दृश्य है, उन्हें एक्सक्लेम किया कि दृश्य बहुत सोहना सी। He exclaimed that it was a very lovely scene. She said may you live long my son, ਹੁਣ ਇਹ ਕੀ ਆ ਗਿਆ, ਇਹ ਵਿਸ਼ ਆ ਗਈ, ਪ੍ਰਾਰਥਨਾ ਆ ਗਈ। ਇਹਦੇ ਵਿੱਚ she wished ਜਾਂ ਫਿਰ prayed ਵੀ ਲਾ ਸਕਦੇ ਹਾਂ, ਪ੍ਰਾਰਥਨਾ ਕਰਨੀ। she prayed that ਉਹਦੇ ਸਨ ਬਾਰੇ ਗੱਲ ਕਰ ਰਹੀ ਹੋ, ਹਰ ਸਨ ਮੇ ਦਾ ਕੀ ਹੋ ਗਿਆ, ਮਾਈਟ ਲਿਵ ਲੌਂਗ। ਸ਼ੀ ਵਿਸ਼ਡ ਔਰ ਪ੍ਰੇਡ ਦੈਟ ਹਰ ਸਨ ਮਾਈਟ ਲਿਵ ਲੌਂਗ। ਸੀਤਾ ਸੈਡ ਗੁੱਡ ਬਾਏ ਮਾਈ ਫਰੈਂਡ, ਜਦੋਂ ਗੁੱਡ ਬਾਏ ਕਹਿਣਾ ਤਾਂ ਬੇਡ, ਸੀਤਾ ਬੇਡ ਹਰ ਫਰੈਂਡ ਗੁੱਡ ਬਾਏ। ਇੱਕ ਟਿਪੀਕਲ ਜਿਹੇ ਸੈਂਟੈਂਸਿਸ ਨੇ, ਇਸ ਤਰ੍ਹਾਂ ਦਾ ਇਕੱਲਾ ਹੀ ਸੈਂਟੈਂਸ ਇਸ ਤਰ੍ਹਾਂ ਦਾ ਹੁੰਦਾ, ਆਪਾਂ ਨੂੰ ਇਹ ਯਾਦ ਰੱਖਣੇ ਪੈਣਗੇ। ਜਿਸ ਤਰ੍ਹਾਂ ਕੈਪਟਨ ਸੈਡ ਬ੍ਰੈਵੋ ਅ ਗੁੱਡ ਸ਼ਾਟ, ਜਿੱਥੇ ਬ੍ਰੈਵੋ ਆ ਗਿਆ ਮਤਲਬ ਬ੍ਰੈਵੋ ਦਾ ਮਤਲਬ ਕੀ ਹੈ ਕਿ ਆਪਾਂ ਪੂਰਾ ਤਾੜੀਆਂ ਵਜਾ ਕੇ ਕਿਸੇ ਦੀ ਹੌਸਲਾ ਅਫਜ਼ਾਈ ਕਰ ਰਹੇ ਹਾਂ। ਦ ਕੈਪਟਨ ਐਪਲੌਡਡ, ਐਪਲੌਡ ਦਾ ਮਤਲਬ ਕਹਿੰਦਾ ਪ੍ਰਸ਼ੰਸਾ ਕਰਨੀ। ਹਿਮ ਸੇਇੰਗ ਦੈਟ ਇਟ ਵਾਜ਼ ਅ ਗੁੱਡ ਸ਼ਾਟ, ਦ ਕੈਪਟਨ ਐਪਲੌਡਡ ਹਿਮ ਸੇਇੰਗ ਦੈਟ ਇਟ ਵਾਜ਼ ਅ ਗੁੱਡ ਸ਼ਾਟ। ਅੱਗੇ ਇੱਕ ਟਾਈਪ ਹੋਰ ਰਹਿ ਗਈ ਸੀ, ਪ੍ਰਪੋਜ਼ਡ ਐਂਡ ਸਜੈਸਟਡ ਟਾਈਪ। ਹੀ ਸੈਡ ਟੂ ਮੀ ਲੈਟ ਅਸ ਡੂ ਪਾਰਟੀ, ਉਹਨੇ ਮੈਨੂੰ ਸੁਜੈਸਟ ਕੀਤਾ ਕਿ ਚਲੋ ਪਾਰਟੀ ਕਰੀਏ। ਹੁਣ ਇਹਨਾਂ ਦੇ ਵਿੱਚ ਕੀ ਹੈ, ਹੀ ਸੁਜੈਸਟਡ, ਸੈਡ ਟੂ ਦੀ ਜਗ੍ਹਾ ਤੇ ਹੀ ਸੈਡ ਟੂ ਮੀ ਲੈਟ ਅਸ ਡੂ ਅ ਪਾਰਟੀ। ਹੀ ਸੁਜੈਸਟਡ ਜਾਂ ਪ੍ਰਪੋਜ਼ਡ, ਇਹਦੇ ਵਿੱਚ ਆਪਾਂ ਨੇ ਟੂ ਨਹੀਂ ਰਿਮੂਵ ਕਰਨਾ, ਟੂ ਇੱਥੇ ਹੀ ਰਹੂਗਾ। ਹੀ ਸੁਜੈਸਟਡ ਜਾਂ ਫਿਰ ਪ੍ਰਪੋਜ਼ਡ ਟੂ ਮੀ, ਆਪਾਂ ਕੀ ਕੌਮੇ ਕੱਟ ਕੇ ਕੀ ਲਗਾਤਾ ਦੈਟ। ਹੁਣ ਲੈਟ ਅਸ ਡੂ ਅ ਪਾਰਟੀ, ਜਿਹੜਾ ਇਹ ਲੈਟ ਅਸ ਹੈ ਇੱਥੇ ਆਪਾਂ ਨੇ ਵੀ ਲਾਇਆ, ਇਹ ਵੀ ਕਿਸ ਚੀਜ਼ ਤੇ ਡਿਪੈਂਡ ਕਰੂਗਾ, ਆਬਜੈਕਟ ਤੇ। ਵੀ ਸ਼ੁੱਡ ਡੂ ਅ ਪਾਰਟੀ, ਦੇਖੋ ਹੁਣ ਉਹਨੇ ਮੈਨੂੰ ਕਿਹਾ, ਮੈਂ ਇਨਕਲੂਡਡ ਹੈ ਤਾਂ ਸਾਨੂੰ ਪਾਰਟੀ ਕਰਨੀ ਚਾਹੀਦੀ ਹੈ। ਦੂਸਰੇ ਦੇ ਵਿੱਚ ਕੀ ਹੈ, ਹੀ ਸੈਡ ਟੂ ਹਰ, ਉਹਨੇ ਉਹਨੂੰ ਕਿਹਾ ਲੈਟ ਅਸ ਈਟ ਆਊਟਸਾਈਡ, ਕਿ ਚਲੋ ਬਾਹਰ ਖਾਣਾ ਖਾਂਦੇ ਹਾਂ। ਹੀ ਪ੍ਰਪੋਜ਼ਡ ਟੂ ਹਰ ਦੈਟ, ਹੁਣ ਉਹ ਦੋਨੇ ਆ ਗਏ, ਥਰਡ ਪਰਸਨਸ ਇਨਕਲੂਡਡ ਹੋ ਗਏ ਤਾਂ ਆਪਾਂ ਥਰਡ ਪਰਸਨ ਲਾ ਦਾਂਗੇ, ਦੇ ਸ਼ੁੱਡ ਈਟ ਆਊਟਸਾਈਡ। ਹੀ ਸੈਡ ਟੂ ਯੂ ਲੈਟ ਅਸ ਈਟ ਆਊਟਸਾਈਡ, ਉਹਨੇ ਤੁਹਾਨੂੰ ਕਿਹਾ, ਹੁਣ ਤੁਸੀਂ ਦੋ ਬੰਦੇ ਆ ਗਏ ਤਾਂ ਆਪਾਂ ਇਹਦੇ ਵਿੱਚ ਕੀ ਲਾ ਦਾਂਗੇ, ਹੀ ਪ੍ਰਪੋਜ਼ਡ ਟੂ ਯੂ ਦੈਟ ਯੂ ਸ਼ੁੱਡ ਈਟ ਆਊਟਸਾਈਡ। ਡੀਅਰ ਸਟੂਡੈਂਟਸ, ਮੈਂ ਆਪਣੇ ਵੱਲੋਂ ਆਈ ਥਿੰਕ 95% ਜਿਹੜੇ ਸੈਂਟੈਂਸਿਸ ਨੇ ਆਈ ਹੈਵ ਕਵਰਡ, ਪਰ ਫਿਰ ਵੀ ਕੁਝ ਰਹਿ ਗਏ ਹੋਣਗੇ। ਆਈ ਨੋ ਇਹ ਟੌਪਿਕ ਬਹੁਤ ਲੈਂਥੀ ਹੈ, ਬਟ ਜਿੰਨਾ ਚਿਰ ਤੁਸੀਂ ਪ੍ਰੈਕਟਿਸ ਨਹੀਂ ਕਰਦੇ ਨਰੇਸ਼ਨ ਨਹੀਂ ਆਊਗੀ। ਵੱਧ ਤੋਂ ਵੱਧ ਪ੍ਰੈਕਟਿਸ ਕਰੋ, ਵੱਧ ਤੋਂ ਵੱਧ ਸੈਂਟੈਂਸਿਸ, ਸੋਲਵਡ ਸੈਂਟੈਂਸਿਸ ਨੂੰ ਪਹਿਲਾਂ ਹੱਲ ਕਰੋ, ਫਿਰ ਉਹਨਾਂ ਨੂੰ ਸੋਲਵਡ ਨੂੰ ਆਪਸ 'ਚ ਮਿਲਾਓ, ਦੇਖੋ ਜੋ ਗਲਤੀਆਂ ਨੇ ਆਪਣੇ ਆਪ ਨੂੰ ਕੁਐਸਚਨ ਕਰੋ ਕਿ ਮੇਰੀ ਗਲਤੀ ਕੀ ਗਲਤੀ ਹੈ। ठीक है, थैंक यू, कीप प्रैक्टिसिंग, बाय।